हाँ जी, करो जी शुरू। जी, धर्म खंड का एहो धर्म, ਇਹੋ ਦਾ ਅਰਥ ਹੈ। ਸਤਿਗੁਰੂ ਜੀ ਨੇ ਕਿਹਾ ਹੈ ਕਿ ਜੋ ਉੱਪਰ ਦੱਸਿਆ ਗਿਆ ਹੈ, ਭਾਵ ਇਸ ਤੋਂ ਪਹਿਲੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਜੋ ਵਿਚਾਰ ਕੀਤੀ ਹੈ। ਤੇ ਧਰਮ ਦਾ ਅਰਥ ਜੋ ਹੈ, ਉਹ ਧਰਮ ਦਾ ਇੱਕ ਅਰਥ ਮੰਤਵ ਵੀ ਹੈ, ਤੇ ਜਿਹੜੇ ਕੀਤੇ ਜਾਣ ਵਾਲੇ ਕੰਮ ਹਨ, ਕਰਤੱਵ ਹਨ ਸਾਡੇ, ਉਹ ਵੀ ਇਹਦਾ ਅਰਥ ਹੈ। ਤੋ ਧਰਮ ਖੰਡ ਦਾ ਸਿਰਫ ਇਹੀ ਅਰਥ ਹੈ, ਇਹੋ ਜੋ ਐਕਸਪ੍ਰੈਸ਼ਨ ਹੈ ਉਹਦਾ ਅਰਥ ਇਹ ਨਿਕਲਦਾ ਹੈ ਕਿ ਇਹੀ ਅਰਥ ਹੈ ਕਿ ਜੋ ਉੱਪਰ ਦੱਸਿਆ ਗਿਆ ਹੈ, ਭਾਵ 34ਵੀਂ ਪੌੜੀ ਦੇ ਵਿੱਚ ਸਤਿਗੁਰਾਂ ਨੇ ਇਹਦੀ ਵਿਆਖਿਆ ਕੀਤੀ ਹੈ। ਗਿਆਨ ਖੰਡ ਕਾ ਆਖੋ ਕਰਮ। ਗਿਆਨ ਖੰਡ ਦਾ ਕਰਮ ਦਾ ਭਾਵ ਹੈ ਕੰਮ ਜਾਂ ਕਰਤੱਵ, ਤੇ ਆਖੋ ਭਾਵ ਦੱਸੋ, ਵਰਣਨ ਕਰੋ। ਸਤਿਗੁਰੂ ਜੀ ਨੇ ਗੱਲ ਕਹਿਣ ਦਾ ਢੰਗ ਇਹ ਵਰਤਿਆ ਹੈ ਕਿ ਗਿਆਨ ਖੰਡ ਦਾ ਦੱਸੋ, ਫਿਰ ਕੀ ਕਰਮ ਹੈ। ਤਾਂ ਲੇਕਿਨ ਉਹ ਸਾਨੂੰ ਅੱਗੇ ਸਮਝਾ ਰਹੇ ਹਨ, ਤਾਂ ਇਹਦਾ ਅਰਥ ਇਹ ਨਿਕਲਦਾ ਹੈ ਕਿ ਗਿਆਨ ਖੰਡ ਦਾ ਕੰਮ ਵੀ, ਕਰਤੱਵ ਵੀ ਸਮਝ ਲਵੋ, ਜੋ ਹੁਣ ਅਗਲੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਸਾਨੂੰ ਉਪਦੇਸ਼ ਕਰ ਰਹੇ ਹਨ। ਕੇਤੇ ਪਵਨ ਪਾਣੀ ਵਹਿ ਸੰਤਰ, ਕੇਤੇ ਕਾਨ ਮਹੇਸ਼। ਸਤਿਗੁਰੂ ਜੀ ਕਹਿ ਰਹੇ ਹਨ ਕਿ ਅਕਾਲ ਪੁਰਖ ਦੀ ਰਚਨਾ ਦੇ ਵਿੱਚ ਕਈ ਪ੍ਰਕਾਰ ਦੇ ਪਵਨ, ਪਾਣੀ ਅਤੇ ਅਗਨੀਆਂ। ਪਵਨ, ਪਾਣੀ, ਵਸੰਤਰ ਦਾ ਭਾਵ ਹੈ ਅਗਨੀ। तो सतगुरु जी कह रहे हैं कि अकाल पुरख की रचना दे विच कई प्रकार के पवन, पानी अते अग्नियां हन। केते कान, कान भाव कृष्ण, ते महेश का भाव है शिव, शिव जी। ਅਤੇ ਕਿੰਨੇ ਹੀ ਕ੍ਰਿਸ਼ਨ ਹਨ ਤੇ ਕਿੰਨੇ ਹੀ ਸ਼ਿਵ ਹਨ। ਭਾਵ ਇਹ ਕਿ ਅਕਾਲ ਪੁਰਖ ਦੀ ਰਚਨਾ ਜੋ ਹੈ, ਉਹਦੇ ਵਿੱਚ ਜੋ ਸਤਿਗੁਰੂ ਕਹਿੰਦੇ ਹਨ ਕਿ ਅਕਾਲ ਪੁਰਖ ਨੇ ਜੋ ਰਚਨਾ ਕੀਤੀ ਹੈ, ਇੱਥੇ ਸਾਰੇ ਪਲੂਰਲ ਦੇ ਵਿੱਚ ਵਰਤੇ ਗਏ ਹਨ। ਪਵਨ ਵੀ ਪਲੂਰਲ ਦੇ ਵਿੱਚ ਹੈ, ਵਸੰਤਰ ਵੀ, ਕਾਨ ਵੀ, ਮਹੇਸ਼ ਵੀ। ਤੋ ਇਹ ਸਾਰਿਆਂ ਦੀ ਕੋਈ ਗਿਣਤੀ ਨਹੀਂ ਹੈ। केते पवन पानी वसंतर भाव किन्ने ही पवन हैं, किन्नी किस्म के पवन हो सकते हैं, किन्ने ही पानी हैं, किन्नियां ही अग्नियां हैं, ते किन्ने ही अवतार ते वड्डे देवते हैं, भाव कृष्ण जी हैं ते महेश हैं। केते बरमे घाड़त घड़ियां, ब्रह्मे ब्रह्मे दे वास्ते वरत्या गया है। तो केते ब्रह्मे घाड़त घड़ियां, ਘਾੜਤ ਵਿੱਚ, ਘਾੜਤ ਦਾ ਅਰਥ ਹੈ ਘਾੜਤ ਵਿੱਚ ਘੜੀਆਂ ਭਾਵ ਘੜੇ ਜਾ ਰਹੇ ਹਨ। ਭਾਵ ਇਹਦਾ ਇਹ ਨਿਕਲਦਾ ਹੈ ਕਿ ਕਿੰਨੇ ਹੀ ਬ੍ਰਹਮਾ ਦੇਵਤੇ ਹਨ ਜਿਹੜੇ ਘੜੇ ਜਾ ਰਹੇ ਹਨ, ਭਾਵ ਪੈਦਾ ਕੀਤੇ ਜਾ ਰਹੇ ਹਨ। ਭਾਵ ਅਕਾਲ ਪੁਰਖ ਦੀ ਰਚਨਾ ਦੇ ਵਿੱਚ ਬ੍ਰਹਮਿਆਂ ਦੀ ਗਿਣਤੀ ਵੀ ਇੱਕ ਨਹੀਂ ਹੈ ਕਿ ਇੱਕ ਬ੍ਰਹਮਾ ਹੈ, ਅਨੇਕਾਂ ਬ੍ਰਹਮੇ ਹਨ ਔਰ ਉਹ ਘੜੇ ਹੀ ਜਾ ਰਹੇ ਹਨ, ਘੜੇ ਹੀ ਜਾ ਰਹੇ ਹਨ। ਉਹਨਾਂ ਦੇ ਘੜਿਆ ਜਾਣਾ ਵੀ ਖਤਮ नहीं हो रहा। रूप रंग के वेश, तो वेश का भाव है कई, के वेश का भाव है कि कई वेश, और इन्हां दे कई रूप हैं, कई रंग हैं, कई वेश हैं। भाव ब्रह्मे भी जो घड़े जा रहे हैं, ये अनेक किस्मां दे, उन्हां दे रूप भी कई हैं, उन्हां दी किस्मां भी कई हैं। ये नहीं कि वो सारे उस ब्रह्मे के वर्गे ही हैं। कई ब्रह्मे घड़े जा रहे हैं, कई कान घड़े जा रहे हैं, कई महेश घड़े जा रहे हैं, और ये सारे आपो अपने कामों के मुताबिक जिथे जिथे इन्होंने जो जो काम अकाल पुरख दिंदा है उहदे मुताबिक उन्होंने रूप ते वेश हुंदे हैं। केतियां कर्म भूमि मेर केते, केते धू उपदेश। तो अकाल पुरख की रचना दे विच केतियां भाव बेअंत कर्म भूमियां, भाव काम करन दियां, कर्म कमान दियां भूमियां भाव धरतियां हैं। केतियां कर्म भूमि, जिवें कि पहले मैस्कुलिन यूज किया गया तो उत्थे केते आया है, इत्थे फेमिनिन लफज है तो केतियां आया है। तो केतियां कर्म भूमि,
ਅਨੇਕਾਂ ਹੀ ਸਤਿਗੁਰੂ ਕਹਿੰਦੇ ਹਨ ਕਿ ਅਕਾਲ ਪੁਰਖ ਨੇ ਅਨੇਕਾਂ ਹੀ ਇਹ ਕਰਮ ਕਮਾਉਣ ਵਾਲੀਆਂ ਧਰਤੀਆਂ ਜੋ ਸਾਜੀਆਂ ਹਨ, ਔਰ ਮੇਰ ਕੀਤੇ। ਮੇਰ ਦਾ ਭਾਵ ਹੈ ਮੇਰੂ, ਮੇਰੂ ਪਰਬਤ, ਜੋ ਕਿ ਸਨਾਤਨ ਮਤ ਦੇ ਵਿੱਚ ਬੜਾ ਮਹਾਨ ਔਰ ਬੜਾ ਸ਼ੁਭ ਗਿਣਿਆ ਗਿਆ ਹੈ। ਔਰ ਮਿਥਿਹਾਸ ਦੇ ਵਿੱਚ ਇਹਦੇ ਕਈ ਜੋ ਹਨ ਉਹ ਰੋਲ ਵੀ ਹਨ, ਜਿਵੇਂ ਕਿ ਸੁਮੇਰ ਪਰਬਤ ਵੀ ਇਹਨੂੰ ਕਹਿ ਦਿੱਤਾ ਜਾਂਦਾ ਹੈ, ਕਈ ਥਾਵਾਂ ਤੇ ਇਹਦਾ ਜ਼ਿਕਰ ਆਉਂਦਾ ਹੈ। ਤੋ ਇਹਦੀ ਖਾਸ ਮਹਾਨਤਾ ਮੰਨੀ ਗਈ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਜਗਤ ਕਈ ਬਣਾਏ ਹਨ ਜਿੱਥੇ ਜੀਵ ਕਰਮ ਕਰ ਸਕਦੇ ਹਨ, ਕਰਦੇ ਪਏ ਹਨ, ਅਤੇ ਅਨੇਕਾਂ ਹੀ ਸਤਿਗੁਰੂ ਕਹਿੰਦੇ ਹਨ ਕਿ ਮੇਰ ਪਰਬਤ ਜਿਹੜਾ ਕਿ ਅਤ ਪਵਿੱਤਰ ਮੰਨਿਆ ਜਾਂਦਾ ਹੈ, ਜੋ ਦੇਵਤਿਆਂ ਦੇ ਵਾਸਤੇ ਬਣਿਆ ਕਿਹਾ ਜਾਂਦਾ ਹੈ। ਤੇ ਕੇਤੇ ਧੂ ਉਪਦੇਸ਼। ਧਰੂ ਭਗਤ ਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ, ਜੋ ਬੜੇ ਸ਼੍ਰੋਮਣੀ ਭਗਤ ਮੰਨੇ ਗਏ ਹਨ, ਹਰਨਾਕਸ਼ ਦੇ ਪੁੱਤਰ ਸਨ। ਤੋ ਧਰੂ ਦੇ ਵੱਲੋਂ ਕੀਤੇ ਜਾ ਰਹੇ ਜਿਹੜੇ ਉਪਦੇਸ਼ ਵੀ ਅਨੇਕ ਹਨ। ਤੋ ਕਹਿਣ ਤੋਂ ਭਾਵ ਇੱਥੇ ਕਰਮ ਭੂਮੀਆਂ ਵੀ ਹਨ, ਪਵਿੱਤਰ ਥਾਵਾਂ ਵੀ ਅਨੇਕਾਂ ਹਨ, ਤੇ ਅਨੇਕਾਂ ਹੀ ਉਪਦੇਸ਼ ਕਰਨ ਵਾਲੇ ਧਰੂ ਵਰਗੇ ਸ਼੍ਰੋਮਣੀ ਭਗਤ ਵੀ ਹਨ। ਤੋ ਸਾਰੀਆਂ ਕਰਮ ਭੂਮੀਆਂ ਦੇ ਵਿੱਚ ਜੀਵ ਆਪੋ ਆਪਣੀ ਸਮਝ ਦੇ ਮੁਤਾਬਕ ਕਰਮ ਕਮਾ ਰਹੇ ਹਨ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼। ਇੰਦ ਕਹਿੰਦੇ ਹਨ ਇੰਦਰ ਨੂੰ, ਜੋ ਦੇਵਤਿਆਂ ਦਾ ਰਾਜਾ ਕਿਹਾ ਜਾਂਦਾ ਹੈ। ਤੋ ਕੇਤੇ ਇੰਦ ਦਾ ਅਰਥ ਹੋਇਆ ਕਿ ਅਨੇਕਾਂ ਇੰਦਰ ਦੇਵਤੇ, ਬੇਅੰਤ ਇੰਦਰ ਦੇਵਤੇ, ਭਾਵ ਬੇਅੰਤ ਦੇਵਤਿਆਂ ਦੇ ਰਾਜੇ। ਤਾਂ ਫਿਰ ਜੇ ਬੇਅੰਤ ਰਾਜੇ ਹਨ ਤੇ ਬੇਅੰਤ ਰਾਜਿਆਂ ਦੇ ਹੇਠਾਂ ਅਨੇਕਾਂ ਬੇਅੰਤ ਹੀ ਦੇਵਤੇ ਹੋਣਗੇ, ਜਿਨ੍ਹਾਂ ਦੀ ਗਿਣਤੀ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਚੰਦ ਸੂਰ ਕੇਤੇ, ਚੰਦ ਭਾਵ ਚੰਦਰਮੇ ਤੇ ਸੂਰ ਭਾਵ ਸੂਰਜ, ਇਹ ਦੋਵੇਂ ਹੀ ਪਲੂਰਲ ਦੇ ਵਿੱਚ ਵਰਤੇ ਗਏ ਹਨ। ਕੇਤੇ ਭਾਵ ਅਨੇਕ। ਤੋ ਅਨੇਕਾਂ ਹੀ ਚੰਦਰਮੇ ਤੇ ਅਨੇਕਾਂ ਹੀ ਸੂਰਜ ਜੋ ਹਨ, ਇਸ ਰਚਨਾ ਦੇ ਵਿੱਚ ਅਕਾਲ ਪੁਰਖ ਨੇ ਬਣਾਏ ਹਨ। ਤੇ ਕੇਤੇ ਮੰਡਲ ਦੇਸ਼। ਕੇਤੇ ਮੰਡਲ ਦੇਸ਼ ਦਾ ਭਾਵ ਹੈ ਕਿ ਉਹ ਜੋ ਮੰਡਲ ਦਾ ਭਾਵ ਕਿਹਾ ਜਾਂਦਾ ਹੈ ਕਿ ਜਿਹੜੇ ਭਵਨ ਤੇ ਚੱਕਰ ਗਿਣੇ ਜਾਂਦੇ ਹਨ। ਤੋ ਜਿਹੜੇ ਦੇਸ਼ ਹਨ ਉਹ ਵੀ ਦੇਸ਼ ਤੇ ਦੇਸ਼ਾਂ ਦੇ ਜੋ ਚੱਕਰ ਗਿਣੇ ਜਾਂਦੇ ਹਨ, ਜਿਨ੍ਹਾਂ ਦੇ ਵਿੱਚ ਇੱਕ ਤਾਰਾ, ਇੱਕ ਸੂਰਜ, ਇੱਕ ਧਰਤੀ, ਇਸ ਕਿਸਮ ਦਾ ਜੋ ਸਿਧਾਂਤ ਹੈ ਉਹਨਾਂ ਦਾ। ਤੋ ਇਹ ਮੰਡਲ ਦੇ ਕੇਤੇ ਮੰਡਲ ਦੇਸ਼ ਭਾਵ ਅਨੇਕਾਂ ਹੀ ਮੰਡਲ ਹਨ, ਭਾਵ ਅਨੇਕਾਂ ਹੀ ਧਰਤੀਆਂ, ਸੂਰਜਾਂ, ਤਾਰਿਆਂ ਦੇ ਮੰਡਲ ਹਨ, ਤੇ ਅਨੇਕਾਂ ਹੀ ਉਹਦੇ ਵਿੱਚ ਦੇਸ਼ ਹਨ, ਭਵਨ ਹਨ। ਕੇਤੇ ਸਿੱਧ ਬੁੱਧ ਨਾਥ ਕੇਤੇ। ਬੁੱਧ ਤੋਂ ਭਾਵ ਹੈ ਬੁੱਧ ਜੀ, ਜੋ ਬੁੱਧ ਧਰਮ ਦੇ ਬਾਨੀ ਸਨ। ਤੋ ਬੁੱਧ ਅਵਤਾਰ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ। ਸਿੱਧ ਉਹ ਹਨ ਜਿਨ੍ਹਾਂ ਨੇ ਕੋਈ ਸਿੱਧੀ ਪ੍ਰਾਪਤ ਕੀਤੀ ਹੋਵੇ। ਆਮ ਤੌਰ ਤੇ ਯੋਗ ਮਤ ਦੇ ਨਾਲ ਇਹਦਾ ਸੰਬੰਧ ਗਿਣਿਆ ਜਾਂਦਾ ਹੈ ਕਿ ਸਿੱਧ ਜੋਗੀ ਗਿਣੇ ਜਾਂਦੇ ਹਨ। ਨਾਥ ਜੋ ਹਨ ਇਹ ਵੀ ਜੋਗੀਆਂ ਦੇ ਇੱਕ ਫਿਰਕਾ ਹੈ, ਉਸ ਦੇ ਜੋ ਵੱਡੇ ਵਡੇਰੇ ਹਨ ਉਹਨਾਂ ਨੂੰ ਨਾਥ ਕਿਹਾ ਜਾਂਦਾ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਬੇਅੰਤ ਹੀ ਸਿੱਧ ਹਨ, ਭਾਵ ਪੁੱਗੇ ਹੋਏ ਜੋਗੀ ਹਨ। ਬੇਅੰਤ ਹੀ ਬੁੱਧ ਅਵਤਾਰ ਹਨ ਜਿਨ੍ਹਾਂ ਨੇ ਸਿੱਖਿਆ ਦਿੱਤੀ ਜਗਤ ਨੂੰ, ਤੇ ਬੇਅੰਤ ਹੀ ਨਾਥ ਹਨ। ਤੇ ਕੇਤੇ ਦੇਵੀ ਵੇਸ਼। ਹੁਣ ਭਾਵ ਇਹ ਹੈ ਕਿ ਦੇਵੀ ਵੇਸ਼, ਦੇਵੀਆਂ ਦੇ ਪਹਿਰਾਵੇ। ਇੱਥੇ ਕੇਤੇ ਸ਼ਬਦ ਜੋ ਵਰਤਿਆ ਗਿਆ ਹੈ ਇਹ ਮੈਸਕੂਲਿਨ ਹੈ, ਤਾਂ ਇਹਦਾ ਸੰਬੰਧ ਵੇਸ਼ ਦੇ ਨਾਲ ਹੈ। ਤੋ ਦੇਵੀਆਂ ਦੇ ਵੀ ਅਨੇਕਾਂ ਪਹਿਰਾਵੇ ਹਨ। ਕਹਿਣ ਤੋਂ ਭਾਵ ਇਹ ਹੈ ਕਿ ਅਕਾਲ ਪੁਰਖ ਦੀ ਰਚਨਾ ਦੇ ਵਿੱਚ ਪੁੱਗੇ ਹੋਏ ਸਿੱਧ, ਬੁੱਧ ਅਵਤਾਰ, ਵੱਡੇ ਵੱਡੇ ਨਾਥ ਅਤੇ ਅਨੇਕਾਂ ਦੇਵੀਆਂ ਤੇ ਉਹਨਾਂ ਦੇ ਰੂਪ, ਕਿਉਂਕਿ ਹਰ ਦੇਵੀ ਦੇ ਆਪਣੇ ਆਪਣੇ ਰੂਪ ਹਨ। ਉਹਨਾਂ ਦੀਆਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੀਆਂ ਸ਼ਕਤੀਆਂ ਦੇ ਮੁਤਾਬਕ ਉਹਨਾਂ ਦਾ ਪਹਿਰਾਵਾ, ਉਹਨਾਂ ਦਾ ਸਰੀਰ ਬਣਾਇਆ ਹੁੰਦਾ ਹੈ, ਉਹਨਾਂ ਦੇ ਹਥਿਆਰ ਬਣਾਏ ਹੁੰਦੇ ਹਨ। ਤਾਂ ਸਤਿਗੁਰੂ ਕਹਿੰਦੇ ਹਨ ਕਿ ਅਨੇਕਾਂ ਸਿੱਧ, ਬੁੱਧ ਔਰ ਨਾਥ ਹਨ, ਔਰ ਅਨੇਕਾਂ ਹੀ ਦੇਵੀਆਂ ਆਪੋ ਆਪਣੇ ਵੇਸ਼ ਦੇ ਵਿੱਚ ਮੌਜੂਦ ਹਨ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸੋਨ। ਦੇਵ ਤੋਂ ਭਾਵ ਹੈ ਦੇਵਤੇ, ਤੇ ਦਾਨਵ ਤੋਂ ਭਾਵ ਹੈ ਦੈਂਤ, ਰਾਖਸ਼। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਅਨੇਕਾਂ ਹੀ ਉਸ ਅਕਾਲ ਪੁਰਖ ਦੀ ਰਚਨਾ ਦੇ ਵਿੱਚ ਦੇਵਤੇ ਹਨ,
ਔਰ ਅਨੇਕਾਂ ਹੀ ਰਾਕਸ਼ ਹਨ, ਦੈਂਤ ਹਨ। ਤੇ ਮੁਨ ਕੀਤੇ, ਮੁਨੀ ਭਾਵ ਜੋ ਵੱਡੇ ਰਿਸ਼ੀ ਕਹਿੰਦੇ ਹਨ, ਜਿਹੜੇ ਮੌਨ ਵਰਤ ਧਾਰਨ ਕਰਕੇ ਰਹਿੰਦੇ ਹਨ, ਜਾਂ ਇਉਂ ਕਹੀਏ ਕਿ ਦੁਨੀਆ ਦੇ ਵਾਸਤੇ ਮੌਨ ਹੋ ਗਏ ਹਨ ਔਰ ਗੱਲਬਾਤ ਕਿਸੇ ਨਾਲ ਕਰਦੇ ਨਹੀਂ, ਕੇਵਲ ਉਹ ਆਪਣੀ ਸਾਧਨਾ ਦੇ ਵਿੱਚ ਹੀ ਜੋ ਮਗਨ ਰਹਿੰਦੇ ਹਨ, ਉਹਨਾਂ ਨੂੰ ਮੁਨੀ ਕਿਹਾ ਜਾਂਦਾ ਹੈ। ਕੇਤੇ ਰਤਨ ਸਮੁੰਦ, 14 ਰਤਨ ਵੀ ਗਿਣੇ ਗਏ ਹਨ ਤੇ 7 ਸਮੁੰਦਰ ਵੀ ਗਿਣੇ ਗਏ ਹਨ, ਪਰ ਸਤਿਗੁਰੂ ਕਹਿੰਦੇ ਹਨ ਕਿ 14 ਰਤਨ ਨਹੀਂ, ਬੇਅੰਤ ਰਤਨ ਹਨ, ਕੇਤੇ ਰਤਨ ਤੇ ਕੇਤੇ ਸਮੁੰਦ, ਭਾਵ ਪਵਿੱਤਰ ਸਮੁੰਦਰ ਵੀ ਜਿਹੜੇ 7 ਗਿਣੇ ਗਏ ਹਨ ਉਹ 7 ਨਹੀਂ ਹਨ, ਅਨੇਕਾਂ ਹੀ ਹਨ। ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਦੇਵਤੇ ਦਾਨਵ ਮੁਨੀ ਰਤਨ ਸਮੁੰਦ। ਇਹ ਉਹ ਅਕਾਲ ਪੁਰਖ ਦੀ ਰਚਨਾ ਦੇ ਵਿੱਚ ਬੇਅੰਤ ਹਨ, ਅਨੇਕ ਹਨ, ਗਿਣਤੀ ਨਹੀਂ ਕੀਤੀ ਜਾ ਸਕਦੀ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਖਾਣੀਆਂ 4 ਮੰਨੀਆਂ ਗਈਆਂ ਹਨ, ਜਿਨ੍ਹਾਂ ਦੇ ਜੀਵ ਅਸੀਂ ਦੱਸੇ ਜਾਂਦੇ ਹਨ ਕਿ ਕੋਈ ਪਸੀਨੇ ਤੋਂ, ਕੋਈ ਅੰਡੇ ਤੋਂ, ਕੋਈ ਝਿੱਲੀ ਤੋਂ ਪੈਦਾ ਹੁੰਦਾ ਹੈ, ਜਾਂ ਧਰਤੀ ਦੇ ਵਿੱਚੋਂ ਉਤਪੁੱਜ ਜਿਹੜਾ ਹੁੰਦਾ ਹੈ ਉਹ ਨਿਕਲਦਾ ਹੈ। ਤਾਂ 4 ਖਾਣੀਆਂ ਮੰਨੀਆਂ ਗਈਆਂ, ਪਰ ਇਹ 4 ਖਾਣੀਆਂ ਦਾ ਜਿਹੜਾ ਸਾਡਾ ਗਿਆਨ ਹੈ ਉਹ ਸਾਡੇ ਸੀਮਿਤ ਵਿਜ਼ਨ ਦੇ ਮੁਤਾਬਕ ਜੋ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਖਾਣੀਆਂ ਕੇਵਲ 4 ਨਹੀਂ ਹਨ, ਅਕਾਲ ਪੁਰਖ ਦੀ ਰਚਨਾ ਵਿੱਚ ਤਾਂ ਪਤਾ ਨਹੀਂ ਕਿੰਨੀਆਂ ਖਾਣੀਆਂ ਹਨ, ਉਹਨਾਂ ਦਾ ਕਿੰਨਾ ਹਿਸਾਬ ਹੈ। ਇਹ ਵੈਸੇ ਖਾਣੀ ਲਫ਼ਜ਼ ਜੋ ਹੈ ਇਹ ਖਾਣ ਤੋਂ ਬਣਿਆ ਹੈ, ਖਾਣ ਦਾ ਮਤਲਬ ਪੈਦਾ ਹੋਣਾ, ਤੇ ਪੈਦਾ ਹੋਣ ਦਾ ਢੰਗ, ਉਹਦੇ ਮੁਤਾਬਕ ਜਿਹੜੀਆਂ 4 ਕਲਾਸੀਫਿਕੇਸ਼ਨ ਕੀਤੀਆਂ ਗਈਆਂ ਹਨ ਉਹ ਖਾਣੀਆਂ ਕਹੀਆਂ ਜਾਂਦੀਆਂ ਹਨ। ਪਰ ਸਤਿਗੁਰੂ ਕਹਿੰਦੇ ਹਨ ਕਿ 4 ਦੀ ਗਿਣਤੀ ਨਹੀਂ। ਤੇ ਬਾਣੀ ਵੀ ਸਾਡੇ ਵੇਦਾਂ ਦੇ ਵਿੱਚ 4 ਕਿਸਮ ਦੀ ਬਾਣੀ ਮੰਨੀ ਗਈ ਹੈ। ਉਹਦੇ ਵਿੱਚ ਪੇਟ ਤੋਂ, ਛਾਤੀ ਤੋਂ, ਗਲੇ ਤੋਂ, ਮਨ ਤੋਂ, ਇਸ ਕਿਸਮ ਨਾਲ ਕਲਾਸੀਫਿਕੇਸ਼ਨ ਕੀਤੀ ਗਈ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਕੇਤੀਆਂ ਬਾਣੀ, ਇਹ ਵੀ 4 ਕਿਸਮ ਦੀਆਂ ਬਾਣੀਆਂ ਨਹੀਂ ਹੈ, ਭਾਵ ਅਨੇਕਾਂ ਕਿਸਮ ਦੇ ਜੀਵ ਹਨ, ਅਨੇਕਾਂ ਕਿਸਮ ਦੇ ਉਹਨਾਂ ਦੇ ਬੋਲਣ ਦੇ ਢੰਗ ਹਨ, ਉਹਨਾਂ ਦੀਆਂ ਬਾਣੀਆਂ ਹਨ। ਕੇਤੇ ਪਾਤ ਨਰਿੰਦ, ਪਾਤ ਦਾ ਭਾਵ ਹੈ ਪਾਤਸ਼ਾਹ, ਤੇ ਨਰਿੰਦ 2 ਲਫ਼ਜ਼ਾਂ ਤੋਂ ਬਣਿਆ ਹੈ, ਨਰ ਤੇ ਇੰਦ। ਇੰਦ ਦਾ ਭਾਵ ਰਾਜਾ, ਤੇ ਨਰ ਭਾਵ ਇਨਸਾਨ, ਇਨਸਾਨਾਂ ਦੇ ਰਾਜੇ ਭਾਵ ਰਾਜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ। ਤਾਂ ਕੇਤੇ ਪਾਤ ਨਰਿੰਦ ਭਾਵ ਕਿ ਪਤਾ ਨਹੀਂ ਕਿੰਨੇ ਅਣਗਿਣਤ ਜੋ ਹਨ ਉਹ ਬਾਦਸ਼ਾਹ ਅਤੇ ਰਾਜੇ ਹਨ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਜੀਵ ਰਚਨਾ ਦੀਆਂ ਖਾਣੀਆਂ ਵੀ ਬੇਅੰਤ ਹਨ, ਬਾਣੀਆਂ ਵੀ ਬੇਅੰਤ ਹਨ, ਤੇ ਬੇਅੰਤ ਹੀ ਪਾਤਸ਼ਾਹ ਅਤੇ ਰਾਜੇ ਹਨ। ਕੇਤੀਆਂ ਸੁਰਤੀ ਸੇਵਕ ਕੀਤੇ, ਨਾਨਕ ਅੰਤ ਨਾ ਅੰਤ। ਤੋ ਸੁਰਤੀ ਦਾ ਅਰਥ ਹੈ ਜਿਹਨੂੰ ਅਸੀਂ ਸੁਰਤ ਕਹਿੰਦੇ ਹਾਂ, ਲਿਵ ਕਹਿੰਦੇ ਹਾਂ, ਭਾਵ ਜੋ ਧਿਆਨ ਲਗਾਉਣ ਦੀ ਸਾਡੀ ਸਮਰੱਥਾ ਹੈ। ਤੋ ਕੇਤੀਆਂ ਸੁਰਤੀ, ਅਨੇਕਾਂ ਕਿਸਮ ਦੀਆਂ ਸੁਰਤੀਆਂ ਹਨ, ਤੇ ਸੇਵਕ ਕੀਤੇ, ਅਨੇਕਾਂ ਤਰ੍ਹਾਂ ਦੇ ਹੀ ਸੇਵਕ ਹਨ, ਨਾਨਕ ਅੰਤ ਨਾ ਅੰਤ। ਤਾਂ ਇਹ ਨਾਨਕ ਕੋਈ ਅੰਤ ਨਹੀਂ ਪਾ ਸਕਦਾ ਤੇਰੀ ਰਚਨਾ ਦਾ, ਕਿਉਂਕਿ ਇੱਥੇ ਅਨੇਕਾਂ ਕਿਸਮ ਦੀਆਂ ਸੁਰਤੀਆਂ ਹਨ। ਜੋ ਜੀਵ ਮਨ ਨਾਲ ਧਿਆਨ ਲਾਉਂਦੇ ਹਨ ਉਹ ਬੇਅੰਤ ਹੀ ਸੇਵਕ ਐਸੇ ਹਨ ਜੋ ਸੁਰਤੀਆਂ ਦੇ ਵਿੱਚ ਹਨ, ਧਿਆਨ ਲਾ ਰਹੇ ਹਨ, ਆਪਣੇ ਮਨ ਦੇ ਨਾਲ ਧਿਆਨ ਲਾ ਰਹੇ ਹਨ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਅਕਾਲ ਪੁਰਖ, ਤੇਰੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੋ ਸਮਾਂ ਹੋ ਚੁੱਕਾ ਹੈ, ਇਹਦੇ ਬਾਰੇ ਅੱਗੋਂ ਅਸੀਂ ਇਹਦੀ ਇੰਟਰਪ੍ਰੀਟੇਸ਼ਨ ਵਾਲੀ ਜਿਹੜੀ ਹਿੱਸਾ ਹੈ ਉਹ ਅਸੀਂ ਕੱਲ ਕਵਰ ਕਰਾਂਗੇ ਜੀ। ਬਹੁਤ ਸਾਰੀਆਂ ਭੁੱਲਾਂ ਦਾਸ ਪਾਸੋਂ ਹੋ ਗਈਆਂ ਹੋਣਗੀਆਂ ਜੀ, ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।